ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਦੱਸਾਂਗੇ ਜੋ ਕਿ ਇੱਕ ਬਾਲੀਵੁੱਡ ਦੀ ਮਹਾਨ ਅਤੇ ਪ੍ਰਸਿੱਧ ਅਦਾਕਾਰ ਨਾਲ ਹੋਈ। ਉਹ ਐਕਟਰੈਸ ਜਿਸ ਨੂੰ ਬੱਚਾ ਜਾਣਦਾ ਹੈ, ਮਧੂਬਾਲਾ। ਸੰਗੀਤਕਾਰ ਐਸ ਮੋਹਿੰਦਰ, ਜਿਨ੍ਹਾਂ ਨੇ ਅਨੇਕਾਂ ਹੀ ਫਿਲਮਾਂ ਵਿੱਚ ਆਪਣਾ ਸੰਗੀਤ ਦਿੱਤਾ, ਉਹਨਾਂ ਨੇ ਇਹ ਘਟਨਾ ਸਾਂਝੀ ਕੀਤੀ। ਐਸ ਮੋਹਿੰਦਰ ਦੱਸਦੇ ਹਨ ਕਿ ਮੈਂ ਕਾਫੀ ਸਮਾਂ ਮਧੂਬਾਲਾ ਦੇ ਨਾਲ ਕੰਮ ਕੀਤਾ। ਉਸ ਦੀਆਂ ਬਹੁਤੀਆਂ ਫਿਲਮਾਂ ਵਿੱਚ ਮੈਂ ਸੰਗੀਤ ਦਿੱਤਾ ਅਤੇ ਕੰਮ ਦੇ ਸਿਲਸਿਲੇ ਵਿੱਚ ਉਸ ਦੇ ਨਾਲ ਹੀ ਰਿਹਾ ਕਰਦਾ ਸੀ। ਮਧੂਬਾਲਾ, ਜੋ ਕਿ ਮੁਸਲਿਮ ਧਰਮ ਦੀ ਸੀ, ਅਕਸਰ ਆਪਣੇ ਪਰਸ ਵਿੱਚੋਂ ਇੱਕ ਛੋਟੀ ਜਿਹੀ ਕਿਤਾਬ ਕੱਢਦੀ, ਆਪਣਾ ਸਿਰ ਢੱਕਦੀ ਅਤੇ ਉਸ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੀ। ਮੈਂ ਉਸ ਨੂੰ ਇੰਝ ਕਰਦਿਆਂ ਕਾਫੀ ਵਾਰ ਦੇਖਿਆ। ਮੈਂ ਸੋਚਿਆ ਕਿ ਇਹ ਜ਼ਰੂਰ ਕੋਈ ਧਰਮ ਦੀ ਕਿਤਾਬ ਹੋਵੇਗੀ, ਕੁਰਾਨ ਵੀ ਹੋ ਸਕਦੀ ਹੈ, ਕਿਉਂਕਿ ਜੇਕਰ ਕੋਈ ਨਾਵਲ ਹੁੰਦੀ ਤਾਂ ਸਿਰ ਢੱਕਣ ਦੀ ਲੋੜ ਨਹੀਂ ਹੁੰਦੀ। ਜ਼ਰੂਰ ਕੋਈ ਧਰਮ ਦੀ ਕਿਤਾਬ ਹੋਵੇਗੀ। ਪਰ ਮੈਂ ਕਦੀ ਉਸ ਨੂੰ ਨਹੀਂ ਪੁੱਛਿਆ ਕਿ ਕਿਉਂ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਨੀ। ਸੋ ਇਸ ਤਰ੍ਹਾਂ ਮੈਂ ਉਸ ਨੂੰ ਕਈ ਵਾਰ ਉਹ ਕਿਤਾਬ ਪੜ੍ਹਦੇ ਦੇਖਿਆ। ਇੱਕ ਵਾਰ ਇੱਕ ਪ੍ਰੋਗਰਾਮ ਤੋਂ ਪਹਿਲਾਂ ਉਹ ਕਿਤਾਬ ਪੜ੍ਹ ਰਹੀ ਸੀ ਕਿ ਅਚਾਨਕ ਆਵਾਜ਼ ਆਈ, ਮੈਡਮ ਮੰਚ ਤਿਆਰ ਹੈ, ਤੁਹਾਨੂੰ ਜਲਦੀ ਚੱਲਣਾ ਪਵੇਗਾ। ਉਹ ਕਿਤਾਬ ਪਰਸ ਦੇ ਉੱਪਰ ਰੱਖ ਕੇ ਮੈਨੂੰ ਕਹਿਣ ਲੱਗੀ ਕਿ ਉਸਤਾਦ ਜੀ, ਇਹ ਮੇਰਾ ਸਮਾਨ ਇੱਥੇ ਪਿਆ ਹੈ, ਤੁਸੀਂ ਖਿਆਲ ਰੱਖਣਾ, ਮੈਂ ਆਪਣਾ ਕੰਮ ਖਤਮ ਕਰਕੇ ਆਉਂਦੀ ਹਾਂ। ਉਹ ਕਿਤਾਬ ਪਰਸ ਦੇ ਉੱਪਰ ਪਈ ਸੀ। ਜੇਕਰ ਪਰਸ ਦੇ ਅੰਦਰ ਹੁੰਦੀ ਤਾਂ ਮੈਂ ਖੋਲ੍ਹ ਕੇ ਦੇਖਣ ਦੀ ਗੁਸਤਾਖੀ ਨਹੀਂ ਕਰਨੀ ਸੀ, ਪਰ ਉਹ ਪਰਸ ਦੇ ਉੱਪਰ ਪਈ ਹੋਣ ਕਰਕੇ ਮੈਂ ਚੁੱਕ ਕੇ ਦੇਖ ਲਈ। ਮੈਂ ਹੈਰਾਨ ਹੋ ਗਿਆ। ਉਹ ਕੋਈ ਨਾਵਲ ਨਹੀਂ ਸੀ ਤੇ ਨਾ ਹੀ ਕੁਰਾਨ ਸੀ। ਉਹ ਫਾਰਸੀ ਅੱਖਰਾਂ ਵਿੱਚ ਜਪਜੀ ਸਾਹਿਬ ਦੀ ਬਾਣੀ ਦਾ ਗੁਟਕਾ ਸੀ। ਮੈਂ ਹੈਰਾਨ ਸੀ ਕਿ ਮਧੂਬਾਲਾ ਜਪਜੀ ਸਾਹਿਬ ਦਾ ਪਾਠ ਕਰਦੀ ਹੈ। ਮਧੂਬਾਲਾ ਵਾਪਸ ਆਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਜਪਜੀ ਸਾਹਿਬ ਦਾ ਪਾਠ ਕਿਉਂ ਤੇ ਕਦੋਂ ਤੋਂ ਕਰਦੇ ਹੋ। ਉਸਨੇ ਕਿਹਾ ਕਿ ਹੁਣ ਤਾਂ ਆਪਾਂ ਚੱਲਣਾ ਹੈ, ਰਸਤੇ ਵਿੱਚ ਦੱਸਦੇ ਹਾਂ। ਗੱਡੀ ਵਿੱਚ ਸਫ਼ਰ ਕਰਦਿਆਂ ਮਧੂਬਾਲਾ ਨੇ ਦੱਸਿਆ ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਇੱਕ ਵਾਰ ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਈ ਸੀ, ਇੰਨੀ ਵੱਡੀ ਕਿ ਮੈਂ ਦੱਸ ਨਹੀਂ ਸਕਦੀ, ਜਿਸ ਕਾਰਨ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗੀ। ਕਿਸੇ ਦੇ ਕਹਿਣ 'ਤੇ ਮੈਂ ਜਪਜੀ ਸਾਹਿਬ ਦੀ ਬਾਣੀ ਦਾ ਸਹਾਰਾ ਲਿਆ। ਮੈਂ ਫਾਰਸੀ ਅੱਖਰਾਂ ਵਿੱਚ ਜਪਜੀ ਸਾਹਿਬ ਦਾ ਗੁਟਕਾ ਮੰਗਵਾਇਆ ਅਤੇ ਪਾਠ ਕਰਨਾ ਸ਼ੁਰੂ ਕੀਤਾ ਤੇ ਅਰਦਾਸ ਕੀਤੀ, ਤੇ ਗੁਰੂ ਸਾਹਿਬ ਨੇ ਮੇਰੀ ਅਰਦਾਸ ਮਨਜ਼ੂਰ ਕੀਤੀ। ਸਾਰੀਆਂ ਮੁਸੀਬਤਾਂ ਟਲ ਗਈਆਂ ਅਤੇ ਡਿਪਰੈਸ਼ਨ ਵੀ। ਉਸ ਦਿਨ ਤੋਂ ਬਾਅਦ ਮੈਂ ਤੈਅ ਕਰ ਲਿਆ ਕਿ ਮੈਂ ਜਪਜੀ ਸਾਹਿਬ ਦਾ ਪਾਠ ਹਰ ਰੋਜ਼ ਕਰਨਾ ਹੀ ਹੈ। ਆਪਣੇ ਪਰਸ ਵਿੱਚੋਂ ਇੱਕ ਐਗਰੀਮੈਂਟ ਦੀ ਕਾਪੀ ਕੱਢ ਕੇ ਮੈਨੂੰ ਦਿਖਾ ਕੇ ਮਧੂਬਾਲਾ ਨੇ ਕਿਹਾ ਕਿ ਮੈਂ ਆਪਣੇ ਹਰ ਇੱਕ ਪ੍ਰੋਡਿਊਸਰ ਨਾਲ ਐਗਰੀਮੈਂਟ ਵਿੱਚ ਖਾਸ ਕਰਕੇ ਲਿਖਵਾਇਆ ਹੈ ਕਿ ਫਿਲਮੀ ਕੰਮ ਸ਼ੂਟਿੰਗ ਲਈ ਮੈਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੈ ਜਾਓ, ਪਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਮੈਂ ਕਿਸੇ ਵੀ ਹਾਲਤ ਵਿੱਚ ਮੈਂ ਮੁੰਬਈ ਦੇ ਅੰਧੇਰੀ ਗੁਰਦੁਆਰਾ ਸਾਹਿਬ ਵਿੱਚ ਹੋਣਾ ਚਾਹੁੰਦੀ ਹਾਂ, ਤੇ ਇਹ ਮੇਰੀ ਇੱਕ ਸ਼ਰਤ ਹੁੰਦੀ ਸੀ ਜੋ ਕਿ ਹਰ ਇੱਕ ਐਗਰੀਮੈਂਟ ਵਿੱਚ ਦਰਜ ਹੁੰਦੀ ਸੀ। ਇੱਕ ਵਾਰ ਮਧੂਬਾਲਾ ਨੇ ਅੰਧੇਰੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੂੰ ਕਿਹਾ ਕਿ ਗੁਰਪੁਰਬ ਦੀ ਲੰਗਰ ਦੀ ਸੇਵਾ ਮੈਂ ਖੁਦ ਕਰਨਾ ਚਾਹੁੰਦੀ ਹਾਂ। ਪ੍ਰਧਾਨ ਜੀ ਨੇ ਕਿਹਾ ਕਿ ਮੈਂ ਕਮੇਟੀ ਨੂੰ ਪੁੱਛ ਕੇ ਦੇਖਦਾ ਹਾਂ। ਕਮੇਟੀ ਨੂੰ ਕੀ ਇਤਰਾਜ਼ ਹੋਣਾ ਸੀ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਆਪਣੀ ਸ਼ਰਧਾ ਭਾਵਨਾ ਨਾਲ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ। ਤੇ ਉਸ ਦਿਨ ਤੋਂ ਬਾਅਦ ਲੰਗਰ ਦੀ ਸੇਵਾ ਮਧੂਬਾਲਾ ਵੱਲੋਂ ਕੀਤੀ ਜਾਣ ਲੱਗੀ ਤੇ ਇਹ ਸਿਲਸਿਲਾ 7 ਸਾਲ ਤੱਕ ਚੱਲਿਆ। ਤੇ ਫਿਰ ਖਬਰ ਆਈ ਕਿ ਮਧੂਬਾਲਾ ਇਸ ਦੁਨੀਆ ਤੋਂ ਚਲੀ ਗਈ। ਗੁਰਦੁਆਰਾ ਸਾਹਿਬ ਵੱਲੋਂ ਮਧੂਬਾਲਾ ਲਈ ਪਾਠ ਰਖਵਾਇਆ ਗਿਆ ਅਤੇ ਉਸ ਦੀ ਅੰਤਿਮ ਅਰਦਾਸ ਵੀ ਕਰਵਾਈ ਗਈ। ਉਸ ਵੇਲੇ ਮਧੂਬਾਲਾ ਦੇ ਪਿਤਾ ਜੀ ਜਿਉਂਦੇ ਸਨ, ਜੋ ਕਿ ਉਸ ਅਰਦਾਸ ਵਿੱਚ ਸ਼ਾਮਿਲ ਹੋਏ। ਅਰਦਾਸ ਦੇ ਬਾਅਦ ਉਸ ਦੇ ਪਿਤਾ ਨੇ ਕਿਹਾ ਕਿ ਮੇਰੀ ਲੜਕੀ ਕਿਤੇ ਨਹੀਂ ਗਈ, ਉਹ ਅੱਜ ਵੀ ਇੱਥੇ ਸੇਵਾ ਕਰ ਰਹੀ ਹੈ। ਉਸ ਦਾ ਪੈਸਾ ਮੇਰੇ ਕੋਲ ਹੀ ਹੈ ਤੇ ਲੰਗਰ ਦੀ ਸੇਵਾ ਇਸੇ ਤਰ੍ਹਾਂ ਚੱਲਦੀ ਰਹੇਗੀ। ਸੋ ਅਗਲੇ 6 ਸਾਲਾਂ ਤੱਕ ਉਸ ਦੇ ਪਿਤਾ ਵੱਲੋਂ ਲੰਗਰ ਦੀ ਸੇਵਾ ਚੱਲਦੀ ਰਹੀ ਤੇ ਫਿਰ ਉਸ ਦੇ ਪਿਤਾ ਜੀ ਵੀ ਜਹਾਨੋਂ ਤੁਰ ਗਏ। ਮਧੂਬਾਲਾ ਦੇ ਪਿਤਾ ਜੀ ਦਾ ਪਾਠ ਦਾ ਭੋਗ ਅਤੇ ਅਰਦਾਸ ਕੀਤੀ ਗਈ। ਪਰ ਇਸ ਵਾਰ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੇ ਕਿਹਾ ਕਿ ਮਧੂਬਾਲਾ ਤੇ ਉਸਦੇ ਪਿਤਾ ਗੁਰੂ ਨਾਨਕ ਸਾਹਿਬ ਦੇ ਮੁਰੀਦ ਸਨ। ਉਹ ਜਿਉਂਦੇ ਜੀ ਸੇਵਾ ਕਰਦੇ ਰਹੇ। ਜਿੰਨੇ ਸਵਾਸ ਉਹ ਇੱਥੇ ਸੀ ਉਹ ਪੂਰੇ ਕਰਕੇ ਚਲੇ ਗਏ। ਸੋ ਇਸ ਕਰਕੇ ਉਹਨਾਂ ਦੇ ਨਾਮ ਦੀ ਅਰਦਾਸ ਬੰਦ ਨਹੀਂ ਹੋਵੇਗੀ। ਹੁਣ ਜਿਸ ਨੂੰ ਵੀ ਇਹ ਗੱਲ ਸੱਚ ਨਹੀਂ ਲੱਗਦੀ ਤਾਂ ਉਹ ਮੁੰਬਈ ਜਾਵੇ, ਅੰਧੇਰੀ ਦੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਅਰਦਾਸ ਸੁਣੇ, ਜਿਸ ਵਿੱਚ ਅੱਜ ਵੀ ਕਿਹਾ ਜਾਂਦਾ ਹੈ ਕਿ ਆਪ ਜੀ ਦੀ ਧੀ ਮਧੂਬਾਲਾ ਵੱਲੋਂ ਲੰਗਰ ਦੀ ਅਰਦਾਸ ਹੈ, ਪ੍ਰਵਾਨ ਕਰੋ ਤੇ ਆਪਣੀ ਧੀ ਨੂੰ ਆਪਣੇ ਚਰਨਾਂ ਵਿੱਚ ਵਾਸ ਬਖਸ਼ੋ। ਇਹ ਸੁਣ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਤੇ ਤਰਕ ਮੁੱਕ ਜਾਣਗੇ।